ਰਿਲੇਸ਼ਨਲ ਐਲਜਬਰਾ। ਐਲਜਬਰਾ ਤੁਸੀਂ ਮੈਥਮੈਟਿਕਸ ਦੇ ਵਿੱਚ ਸ਼ਬਦ ਸੁਣਿਆ ਹੋਣਾ, ਜਿੱਥੇ ਅਸੀਂ ਪਲੱਸ ਮਾਈਨਸ ਵਗੈਰਾ ਕਰਦੇ ਹਾਂ ਵੇਰੀਏਬਲਸ ਦੇ ਨਾਲ। ਇੱਥੇ ਅਸੀਂ ਉਹ ਐਲਜਬਰਾ ਸੈਟਸ ਤੇ ਲਾਵਾਂਗੇ। ਸੈਟ ਡਾਟਾ ਸੈੱਟ ਹੁੰਦਾ, ਉਹਦੇ ਤੇ ਅਪਲਾਈ ਕਰਨਾ ਹੈ। ਰਿਲੇਸ਼ਨ ਮਤਲਬ ਟੇਬਲ, ਰਿਲੇਸ਼ਨਲ ਐਲਜਬਰਾ ਮਤਲਬ ਟੇਬਲਸ ਤੇ ਜਿਹੜਾ ਐਲਜਬਰਾ ਯੂਜ਼ ਕੀਤਾ ਜਾ ਸਕਦਾ। ਰਿਲੇਸ਼ਨਲ ਐਲਜਬਰਾ uses a procedural query language, PQL, procedural query language, which is a collection of operations to manipulate relations. Relations मतलब tables. Tables ਨੂੰ manipulate ਕਰਨ ਲਈ, tables ਦੇ ਉੱਤੇ ਕੰਮ ਕਰਨ ਲਈ, tables ਦੇ ਉੱਤੇ ਅਪਲਾਈ ਕਰਕੇ ਉਹਦਾ ਰਿਜ਼ਲਟ ਦੇਖਣ ਦੇ ਲਈ ਅਸੀਂ ਇਸ ਐਲਜਬਰੇ ਨੂੰ ਯੂਜ਼ ਕਰਦੇ ਹਾਂ। ਪ੍ਰੋਸੀਜਰਲ ਕੁਐਰੀ ਲੈਂਗੁਏਜ ਦਾ ਮਤਲਬ ਹੈ ਇੱਕ ਫੰਕਸ਼ਨਲ ਤੌਰ ਤੇ ਕੰਮ ਕਰਨ ਵਾਲੀ ਲੈਂਗੁਏਜ, ਜੋ ਇੱਕ ਪ੍ਰੋਸੈਸ ਦੇ ਤੌਰ ਤੇ ਕੰਮ ਕਰਦੀ, ਪ੍ਰੋਸੈਸਿੰਗ ਕਰਦੀ। It consists of a set of such operations that take one or more relations as input and produce a new relation as their result. ਜਿਵੇਂ ਹਰ ਜਗ੍ਹਾ ਤੇ ਇੱਕ ਇਨਪੁਟ ਅਤੇ ਕੁਝ ਆਊਟਪੁੱਟ ਹੁੰਦੀ ਹੈ, ਉਸੇ ਤਰ੍ਹਾਂ ਰਿਲੇਸ਼ਨਲ ਐਲਜਬਰਾ ਦੇ ਵਿੱਚ ਅਸੀਂ ਰਿਲੇਸ਼ਨਸ, ਇੱਕ ਜਾਂ ਇੱਕ ਤੋਂ ਜ਼ਿਆਦਾ ਰਿਲੇਸ਼ਨਸ ਇਨਪੁੱਟ ਤੌਰ ਤੇ ਦੇਵਾਂਗੇ। ਰਿਲੇਸ਼ਨ ਦਾ ਮਤਲਬ ਟੇਬਲ, ਮੈਂ ਬਾਰ-ਬਾਰ ਕਹਿ ਰਿਹਾ, ਰਿਲੇਸ਼ਨ ਨੂੰ ਰਿਲੇਸ਼ਨਸ਼ਿਪ ਨਾ ਮੰਨੋ, ਰਿਲੇਸ਼ਨ ਮਤਲਬ ਟੇਬਲ। ਡਾਟਾਬੇਸ ਦੇ ਵਿੱਚ ਰਿਲੇਸ਼ਨ ਦਾ ਮਤਲਬ ਹੈ ਟੇਬਲ। ਸੋ ਇੱਕ ਤਾਂ ਇੱਕ ਤੋਂ ਜ਼ਿਆਦਾ ਰਿਲੇਸ਼ਨ ਮਤਲਬ ਟੇਬਲ ਅਸੀਂ ਇਨਪੁੱਟ ਦੇ ਤੌਰ ਤੇ ਦੇਵਾਂਗੇ ਤੇ ਉਹ ਉਸ ਰਿਲੇਸ਼ਨ ਤੇ ਆਪਰੇਸ਼ਨ ਪਰਫਾਰਮ ਕਰਕੇ ਸਾਨੂੰ ਇੱਕ ਨਵਾਂ ਰਿਲੇਸ਼ਨ ਦੇਗਾ, ਇੱਕ ਟੇਬਲ ਦੇਗਾ ਐਜ਼ ਏ ਰਿਜ਼ਲਟ। ਸੋ ਰਿਲੇਸ਼ਨਲ ਐਲਜਬਰਿਕ ਆਪਰੇਸ਼ਨਸ ਦੋ ਟਾਈਪ ਦੇ ਵਿੱਚ, ਦੋ ਕੈਟੇਗਰੀ 'ਚ ਵੰਡੇ ਜਾ ਸਕਦੇ ਨੇ, ਸੈਟ ਓਰੀਐਂਟਡ ਆਪਰੇਸ਼ਨਸ ਐਂਡ ਰਿਲੇਸ਼ਨ ਓਰੀਐਂਟਡ ਆਪਰੇਸ਼ਨਸ। ਪਹਿਲਾਂ ਅਸੀਂ ਸੈਟ ਓਰੀਐਂਟਡ ਕਰਾਂਗੇ। ਸੈਟ ਓਰੀਐਂਟਡ ਦੇ ਵਿੱਚ ਸਾਡੇ ਕੋਲੇ ਯੂਨੀਅਨ, ਇੰਟਰਸੈਕਸ਼ਨ, ਡਿਫਰੈਂਸ ਤੇ ਕਾਰਟੀਜ਼ਨ ਪ੍ਰੋਡਕਟ 4 ਆਪਰੇਸ਼ਨ ਹੋਣਗੇ। ਤੇ ਰਿਲੇਸ਼ਨ ਓਰੀਐਂਟਡ ਦੇ ਵਿੱਚ ਸਾਡੇ ਕੋਲੇ ਸਿਲੈਕਸ਼ਨ, ਪ੍ਰੋਜੈਕਸ਼ਨ, ਜੁਆਇਨ ਤੇ ਡਿਵੀਜ਼ਨ, ਇਹ 4 ਆਪਰੇਸ਼ਨ ਹੋਣਗੇ। ਬਹੁਤ ਇੰਟਰਸਟਿੰਗ ਨੇ, ਬੜੇ ਈਜ਼ੀ ਨੇ ਸਮਝਣ ਲਈ ਵੀ। ਥੋੜੇ ਨਾਮ ਤੁਹਾਡੇ ਲਈ ਨਵੇਂ ਹੋਣਗੇ, ਇਸ ਕਰਕੇ ਤੁਹਾਨੂੰ ਮੁਸ਼ਕਲ ਲੱਗ ਰਹੇ ਹੋਣਗੇ, ਪਰ ਯੂਨੀਅਨ ਨੂੰ ਜਦੋਂ ਤੁਸੀਂ ਪੜ੍ਹੋਗੇ ਦੇਖੋਗੇ ਤਾਂ ਬਹੁਤ ਈਜ਼ੀ ਲੱਗੇਗਾ। ਯੂਨੀਅਨ, ਇੰਟਰਸੈਕਸ਼ਨ ਬੜੇ ਇੰਟਰਸਟਿੰਗ। ਚਲੋ ਆਪਾਂ ਇਹਨਾਂ ਆਪਰੇਸ਼ਨਸ ਨੂੰ ਕਰਦੇ ਹਾਂ। ਪਹਿਲਾਂ ਸੈਟ ਓਰੀਐਂਟਡ ਕਰ ਦਈਏ। ਸਭ ਤੋਂ ਪਹਿਲਾਂ ਹੈ ਯੂਨੀਅਨ। ਯੂਨੀਅਨ ਦਾ ਮਤਲਬ ਹੁੰਦਾ ਇਕੱਠੇ ਕਰਨਾ, ਕੰਬਾਈਨ ਕਰ ਦੇਣਾ। ਸਾਡੇ ਕੋਲ ਆ ਦੋ ਰਿਲੇਸ਼ਨ ਨੇ, ਰਿਲੇਸ਼ਨ ਮਤਲਬ ਟੇਬਲ। ਮੈਂ ਫਿਰ ਬਾਰ-ਬਾਰ ਤਾਂ ਹੀ ਕਹਿ ਰਿਹਾ ਤਾਂ ਜੋ ਇਹਨੂੰ ਮਿਸ ਅੰਡਰਸਟੂਡ ਨਹੀਂ ਕਰਨਾ ਕਿ ਰਿਲੇਸ਼ਨ ਵਰਡ ਦਾ ਮਤਲਬ ਉਹ ਨਹੀਂ ਲੈਣਾ ਜੋ ਤੁਸੀਂ ਸਮਝਦੇ ਹੋ। ਰਿਲੇਸ਼ਨ ਦਾ ਮਤਲਬ ਟੇਬਲ ਹੈ। ਸੋ ਇਹ ਪਹਿਲਾ ਰਿਲੇਸ਼ਨ ਹੈ, ਆ ਕੰਪਲੀਟ। ਇਹ ਦੂਸਰਾ ਰਿਲੇਸ਼ਨ ਹੈ। ਅਸੀਂ ਦੋਹਾਂ ਦੀ ਯੂਨੀਅਨ ਕਰਨੀ ਹੈ। ਯੂਨੀਅਨ ਕਰਨ ਦੇ ਨਾਲ ਸਾਡੇ ਕੋਲੇ ਆਊਟਪੁੱਟ ਆ ਨੀਚੇ ਵਾਲਾ ਰਿਲੇਸ਼ਨ ਆ ਜਾਏਗਾ। ਹੋਏਗਾ ਕੀ? ਸਿੰਪਲ, ਇਹਦੇ ਸਾਰੇ ਰਿਕਾਰਡ ਇਹਦੇ ਵਿੱਚ, ਇਹਦੇ ਸਾਰੇ ਵਾਲੇ ਰਿਕਾਰਡ ਇਕੱਠੇ ਹੋ ਕੇ ਤੇ ਇਹਦੇ ਵਿੱਚ ਤੀਜੇ 'ਚ ਆ ਜਾਣਗੇ। ਜੇ ਕੋਈ ਡੁਪਲੀਕੇਟ ਰਿਕਾਰਡ ਹੋਏਗਾ ਤਾਂ ਉਹ ਇੱਕ ਵਾਰ ਆਏਗਾ ਬਸ। ਜਿਵੇਂ ਇਹਦੇ ਵਿੱਚ 3 ਰਿਕਾਰਡ ਨੇ, 101, 102, 103 ਰੋਲ ਨੰਬਰ ਦੇ। ਇਹਦੇ ਵਿੱਚ 102, 105 ਅਤੇ 110 ਦੇ ਨੇ। 102 ਦੋਹਾਂ ਦਾ ਕਾਮਨ ਹੈ, ਇਹਦੇ 'ਚ ਵੀ ਹੈ 102, ਇਹਦੇ 'ਚ ਵੀ ਹੈ 102। ਇਹ ਇੱਕ ਵਾਰ ਆਏਗਾ 102, ਬਾਕੀ ਇਕੱਠੇ ਹੋ ਜਾਣਗੇ। ਇੰਨਾ ਕੰਮ। ਤਾਂ ਇਹ ਜਿਹੜੀ ਦੋ ਰਿਕਾਰਡ, ਦੋ ਟੇਬਲਸ ਦੇ ਰਿਕਾਰਡ ਨੇ, ਉਹ ਕੰਬਾਈਨ ਹੋ ਕੇ ਇੱਕ ਤੀਸਰੇ ਟੇਬਲ ਦੇ ਵਿੱਚ ਇਕੱਠੇ ਕਰ ਦੇਣੇ ਨੇ। ਇੰਨਾ ਕੰਮ ਹੈ ਯੂਨੀਅਨ ਆਪਰੇਸ਼ਨ ਦਾ। ਹੋਰ ਕੋਈ ਜ਼ਿਆਦਾ ਇਹਦੇ 'ਚ ਹੈ ਨਹੀਂ ਕੰਸੈਪਟ। The union operation is denoted by the symbol U ਪਾਉਣਾ ਹੈ ਅਸੀਂ। This operation takes two sets of, ਇੱਥੇ ਟਪਲ ਵਰਡ ਲਿਖਿਆ ਹੁੰਦਾ T ਦੇ ਨਾਲ, ਪਰ ਮੈਂ ਕਪਲ ਬੋਲੂੰਗਾ ਕਿਉਂਕਿ DBMS ਦੇ ਵਿੱਚ ਜਾਂ ਡਾਟਾਬੇਸਿਸ ਦੇ ਵਿੱਚ ਅਸੀਂ ਇਹਨੂੰ ਕਪਲ ਵਰਡ ਦੇ ਤੌਰ ਤੇ ਵਰਤਦੇ ਹਾਂ। ਤੁਸੀਂ ਟਪਲ ਕਹਿਣਾ ਟਪਲ ਕਹਿ ਲਿਓ, ਕਈ ਲੋਕ ਟਪਲ ਵੀ ਕਹੀ ਜਾਂਦੇ ਨੇ,
पर मैं कपल कहता रहा क्योंकि कपल प्रोनाउंसिएशन ਇਹਦੀ ਬਣਦੀ है DBMS 'ਚ थोड़ा ये ऑड लगता है लेकिन ਇਹਨੂੰ कपल बोलते हैं। सो जे मैं कपल बोला तो तुम समझ लो मैं टी वाले कपल की गल कर रहा। दिस ऑपरेशन टेक्स टू सैट्स ऑफ कपल्स एज इनपुट एंड रिजल्ट्स इन ए सैट ऑफ कपल्स दैट इनकलूड ऑल द कपल्स। कपल्स मतलब आ जिहड़े रिकॉर्ड्स ने इन्हां नूं कहा जांदा। वैसे तो रिकॉर्ड कहने असीं जदों टेबल की गल करांगे तो रिकॉर्ड कहांगे, पर जदों असीं गल कर रहे हां अलजबरे की तो इत्थे असीं इन्हां नूं कपल्स कहांगे। देयर आर 3 कपल्स हेयर। इत्थे भी साडे कोले 3 कपल ने। इन्हां 3 ते 3 दे 6 बनने चाहिए सी, पर एक डुप्लीकेट है इस करके 5 बन गए। आ 5 कपल नीचे आ गए। ठीक है। So includes all the couples from input sets, but duplicate couples would be eliminated। ਜਿਹੜੇ ਡੁਪਲੀਕੇਟ ਕਪਲ ਨੇ ਜਿਵੇਂ 102 ਹੈ ਉਹ 2 ਵਾਰ ਆ ਰਿਹਾ ਉਹ ਹਟਾ ਦਿੱਤਾ ਜਾਏਗਾ ਉਹਨਾਂ ਚੋਂ ਇੱਕ। ਇਟ ਇਜ਼ ਰਿਕੁਆਇਰਡ that both input set of couples should have identical attributes। ਦੋਨਾਂ ਦੇ ਜਿਹੜੇ ਕਪਲ ਦੇ ਐਟਰੀਬਿਊਟ ਨੇ ਉਹ ਆਇਡੈਂਟੀਕਲ ਹੋਣਗੇ, ਮਤਲਬ ਸੇਮ ਰਹਿਣਗੇ। ਜਿਵੇਂ ਇਹਦੇ ਚ ਐਟਰੀਬਿਊਟ ਕੀ ਨੇ, ਰੋਲ ਨੰਬਰ ਅਤੇ ਨੇਮ। ਰੋਲ ਨੰਬਰ ਤੇ ਨੇਮ ਇਹ ਐਟਰੀਬਿਊਟ ਨੇ, ਇਹ ਦੋਨਾਂ 'ਚ ਸੇਮ ਹੋਣੇ ਚਾਹੀਦੇ ਨੇ ਅਤੇ ਰਿਜ਼ਲਟ 'ਚ ਵੀ ਉਹੀ ਆਉਣਗੇ। ਇਹ ਕੰਡੀਸ਼ਨ। ਐਗਜ਼ਾਮਪਲ ਦੇ ਵਿੱਚ ਮੈਂ ਐਕਸ ਅਤੇ ਵਾਈ ਦੋ ਰਿਲੇਸ਼ਨਸ਼ਿਪ ਲਏ ਨੇ, ਵੇਅਰ ਐਕਸ ਹੋਲਡਸ ਦ ਡਿਟੇਲਸ ਆਫ ਸਟੂਡੈਂਟਸ ਹੂ ਫੇਲਡ ਇਨ ਸਬਜੈਕਟ 1 ਐਂਡ ਵਾਈ ਹੋਲਡਸ ਦ ਡਿਟੇਲਸ ਆਫ ਸਟੂਡੈਂਟਸ ਹੂ ਫੇਲਡ ਇਨ ਸਬਜੈਕਟ 2। ਆ ਜਿਹੜਾ ਪਹਿਲਾ ਟੇਬਲ ਹੈ ਇਹਦੇ ਵਿੱਚ ਉਹ ਸਟੂਡੈਂਟ ਨੇ ਜਿਹਨੇ ਜਿਹੜੇ ਇੱਕ ਸਬਜੈਕਟ 'ਚੋਂ ਫੇਲ ਹੋ ਗਏ। ਆ ਜਿਹੜੇ ਦੂਜਾ ਇਹਦੇ ਵਿੱਚ ਉਹ ਨੇ ਜਿਹੜੇ ਦੂਜੇ ਸਬਜੈਕਟ 'ਚੋਂ ਫੇਲ ਹੋ ਗਏ। ਜਦੋਂ ਅਸੀਂ ਯੂਨੀਅਨ ਕਰਕੇ ਦੇਖਿਆ ਤਾਂ ਇਹ ਉਹ ਸਟੂਡੈਂਟ ਆ ਗਏ ਜਿਹੜੇ ਦੋਨਾਂ ਸਬਜੈਕਟਾਂ 'ਚੋਂ ਮਤਲਬ ਉਹਦੇ 'ਚੋਂ ਜਾਂ ਉਹਦੇ 'ਚੋਂ ਦੋਨਾਂ 'ਚੋਂ ਫੇਲ ਹੋ ਗਏ, ਜਾਂ ਦੋਨਾਂ 'ਚੋਂ ਵੀ ਹੋ ਸਕਦੇ ਨੇ ਜਾਂ ਇੱਕ 'ਚੋਂ ਵੀ ਹੋ ਸਕਦੇ ਨੇ। ਇਹ ਉਹ ਆਏ ਨੇ। ਇਹ ਗੱਲ ਜ਼ਰੂਰ ਧਿਆਨ ਨਾਲ ਰੱਖਣੀ ਹੈ। ਇਹਦਾ ਮਤਲਬ ਕੀ ਹੈ, ਟੂ ਸਿਲੈਕਟ ਆਲ ਦੋ ਸਟੂਡੈਂਟਸ ਹੂ ਫੇਲਡ ਇਨ ਆਈਦਰ ਏ ਔਰ ਆਈਦਰ ਸਬਜੈਕਟ 1 ਔਰ ਸਬਜੈਕਟ 2 ਔਰ ਇਨ ਬੋਥ। ਮਤਲਬ ਯੂਨੀਅਨ ਦੇ ਨਾਲ ਕੀ ਲਿਖਦਾ ਹੈ ਵੀ ਜਾਂ ਇੱਕ ਦੇ ਵਿੱਚੋਂ ਫੇਲ ਹੋਇਆ, ਚਾਹੇ ਦੂਜੇ 'ਚੋਂ ਫੇਲ ਹੋਇਆ, ਚਾਹੇ ਦੋਹਾਂ 'ਚੋਂ ਫੇਲ ਹੋਇਆ, ਉਹ ਸਾਰੇ ਇੱਥੇ ਆ ਜਾਣੇ। ਇਸ ਦਾ ਦੂਸਰਾ ਜਿਹੜਾ ਹੈਗਾ ਉਲਟਾ ਯੂ ਅਸੀਂ ਪਾਉਂਦੇ ਹਾਂ, ਇੰਟਰਸੈਕਸ਼ਨ ਅਸੀਂ ਇਸ ਨੂੰ ਬੋਲਦੇ ਹਾਂ। ਇਹਦੇ ਵਿੱਚ ਵੀ ਉਸੇ ਤਰ੍ਹਾਂ ਦੇ ਮੈਂ ਉਹੀ ਦੋ ਟੇਬਲ ਲਏ ਨੇ, ਉਹੀ ਦੋ ਜਿਹੜੇ ਰਿਲੇਸ਼ਨ ਲਏ ਨੇ, ਇਹਨਾਂ ਦਾ ਜਦੋਂ ਮੈਂ ਇੰਟਰਸੈਕਸ਼ਨ ਕਰੂੰਗਾ ਤਾਂ ਉਹ ਰਿਕਾਰਡ ਆਉਣਗੇ ਜਿਹੜੇ ਦੋਨਾਂ 'ਚ ਐਗਜ਼ਿਸਟ ਕਰਦੇ ਨੇ। ਜਿਵੇਂ ਇਹਦੇ ਵਿੱਚ ਵੀ 102 ਹੈ, ਇਹਦੇ 'ਚ ਵੀ 102 ਹੈ। ਕਾਮਨ ਰਿਕਾਰਡ ਹੈ ਜਿਹੜਾ ਸਿਰਫ ਉਹੀ ਆਏਗਾ, ਕਾਮਨ ਕਪਲ ਹੈ ਜਿਹੜਾ ਉਹੀ ਆਏਗਾ, ਬਾਕੀ ਹਟ ਜਾਣਗੇ। ਇੰਟਰਸੈਕਸ਼ਨ ਦਾ ਮਤਲਬ ਇਹ ਹੁੰਦਾ ਹੈ। The intersection operation is denoted by the symbol inverted U. The operation takes two sets of couples as input and results in the set of couples that are present in both input sets। ਜਿਹੜਾ ਦੋਨਾਂ 'ਚ ਐਗਜ਼ਿਸਟ ਕਰਦਾ ਹੋਵੇ ਉਹ ਆਊਟਪੁੱਟ 'ਚ ਆਏਗਾ। It is required that both input set of couples should have identical attribute। ਐਟਰੀਬਿਊਟ ਸੇਮ ਹੋਣੇ ਚਾਹੀਦੇ ਨੇ। ਰੋਲ ਨੰਬਰ ਨੇਮ ਦੋਨਾਂ 'ਚ ਹੀ ਹੈ, ਰਿਜ਼ਲਟ ਵੀ ਰੋਲ ਨੰਬਰ ਨੇਮ ਹੀ ਆਏਗਾ। ਹੁਣ ਐਗਜ਼ਾਮਪਲ ਹੈ ਜੋ x and y are two relation where x hold the details of students who failed in subject 1 and y hold the details of students who failed in subject 2। ਇਹਦੇ ਵਿੱਚ ਉਹ ਸਟੂਡੈਂਟ ਨੇ ਜਿਹੜੇ ਸਬਜੈਕਟ 1 'ਚ ਫੇਲ ਹੋ ਗਏ, ਇਹਦੇ 'ਚ ਉਹ ਨੇ ਜਿਹੜੇ ਸਬਜੈਕਟ 2 'ਚ ਫੇਲ ਹੋ ਗਏ। ਇੰਟਰਸੈਕਸ਼ਨ ਕਰਨ ਦੇ ਨਾਲ ਕਿਹੜੇ ਆਏ, ਜਿਹੜੇ ਦੋਨਾਂ 'ਚੋਂ ਫੇਲ ਹੋ ਗਏ। ਦੋਨਾਂ 'ਚੋਂ ਫੇਲ ਹੋ ਗਏ, ਇੱਕ 'ਚੋਂ ਨਹੀਂ, ਦੋਨਾਂ 'ਚੋਂ। ਟੂ ਸਿਲੈਕਟ ਆਲ ਦੋ ਸਟੂਡੈਂਟਸ ਹੂ ਫੇਲਡ ਇਨ ਬੋਥ ਦਾ ਸਬਜੈਕਟਸ, ਇਹਨੂੰ ਆਪਾਂ ਇੱਦਾਂ ਲਿਖਾਂਗੇ x ਇੰਟਰਸੈਕਸ਼ਨ y। ਉਹਨੂੰ ਆਪਾਂ ਲਿਖਦੇ ਸੀ x ਯੂਨੀਅਨ ਵਾਈ। ਡਿਫਰੈਂਸ ਜਿਵੇਂ ਮਾਈਨਸ ਕਰਦੇ ਹੁੰਦੇ ਆ, ਇਹ ਇੱਕ ਟੇਬਲ ਹੈ, ਇਹਦੇ 'ਚ ਕਪਲਸ ਨੇ, ਉਹ ਇੱਕ ਤਰ੍ਹਾਂ ਦੂਸਰਾ ਆ। ਅਸੀਂ ਇਹਦੇ 'ਚੋਂ ਇਹਨੂੰ ਮਾਈਨਸ ਕਰਾਂਗੇ, ਇਹਦੇ ਵਿੱਚੋਂ ਇਹਨੂੰ ਨੀਚੇ ਵਾਲੇ ਨੂੰ ਜਦੋਂ ਮਾਈਨਸ ਕਰਾਂਗੇ ਅਸੀਂ ਤਾਂ ਰਿਜ਼ਲਟ ਆ ਆਏਗਾ। ਕਿਹੜਾ ਆਏਗਾ, ਇਹਦੇ ਵਿੱਚੋਂ ਉਹ ਰਿਕਾਰਡ ਹਟਾ ਦਿੱਤੇ ਜਾਣਗੇ ਜਿਹੜੇ ਦੂਜੇ 'ਚ ਐਗਜ਼ਿਸਟ ਕਰਦੇ ਨੇ। ਆ 2 ਵਾਲਾ ਹਟ ਜਾਏਗਾ, ਬਸ 1 ਅਤੇ 3 ਰਹਿ ਗਏ। ਉਹ ਡਿਫਰੈਂਸ ਹੈ ਕਿਉਂਕਿ ਆਪਾਂ ਇਹਦੇ ਵਿੱਚੋਂ ਇਹਨੂੰ ਮਾਈਨਸ ਕਰ ਰਹੇ ਹਾਂ। ਜੇ ਇਹਦੇ ਵਿੱਚੋਂ ਇਹਨੂੰ ਮਾਈਨਸ ਕਰਾਂਗੇ ਤਾਂ ਇਹਦੇ ਵਾਲੇ ਰਹਿ ਜਾਣਗੇ, ਮਤਲਬ ਆਹ ਹਟ ਜਾਏਗਾ, ਆਹ ਦੋ ਰਹਿ ਜਾਣਗੇ ਫਿਰ। So the difference operation is denoted by the symbol minus. This operation takes two sets of couples as input and results in the set of those couples from first input set that are not present in the second input set। ਫਸਟ ਦੇ ਉਹ ਕਪਲ ਲੈਣੇ ਨੇ ਜਿਹੜੇ ਸੈਕੰਡ 'ਚ ਐਗਜ਼ਿਸਟ ਨਾ ਕਰਦੇ ਹੋਣ।
It is required that both input set of couples should have identical attributes. और कंडीशन हैगी है भी एट्रीब्यूट सेम रोल नंबर ते नेम दोनों च ही होने चाहिए। एग्जाम्पल एक्स एंड वाई आर टू रिले होल्ड द सेम वही एग्जाम्पल है। सब्जैक्ट 1 चो फेल होए ते सब्जैक्ट 2 चो फेल होए। टू सिलेक्ट दो स्टूडेंट्स हु फेल्ड इन सब्जैक्ट 1 बट नॉट फेल्ड इन सब्जैक्ट 2 ਤਾਂ ਸਾਡੇ ਕੋਲ ਰਿਜ਼ਲਟ x ਮਾਈਨਸ y ਨਾਲ ਆਏਗਾ। ਮਤਲਬ ਆ ਜਿਹੜਾ ਰਿਜ਼ਲਟ ਹੈ ਕੀ ਕਹਿੰਦਾ, ਇਹ ਕਹਿੰਦਾ ਵੀ ਇਹ ਜਿਹੜੇ ਸਟੂਡੈਂਟ ਨੇ ਇਹ ਫਸਟ ਚੋਂ ਫੇਲ ਹੋਏ ਨੇ, ਫਸਟ ਸਬਜੈਕਟ ਚੋਂ, ਪਰ ਸੈਕਿੰਡ ਚੋਂ ਫੇਲ ਨਹੀਂ ਹੋਏ, ਇਹ ਉਹ ਸਟੂਡੈਂਟ ਆ ਗਏ। ਕਾਰਟੇਜ਼ਨ ਪ੍ਰੋਡਕਟ ਜਿਵੇਂ ਆਪਾਂ ਮਲਟੀਪਲੀਕੇਸ਼ਨ ਜਿਹਨੂੰ ਕਹਿੰਦੇ ਆ ਉੱਦਾਂ ਦਾ ਕੰਸੈਪਟ ਹੈ। ਇਹਦੇ 'ਚ ਕੋਈ ਇੱਦਾਂ ਕੈਲਕੂਲੇਸ਼ਨ ਨਹੀਂ ਹੁੰਦੀ, ਨਾਲੇ ਐਟਰੀਬਿਊਟ ਵੀ ਡਿਫਰੈਂਟ ਹੋ ਸਕਦੇ ਨੇ। ਜਿਵੇਂ ਇਹਦੇ 'ਚ ਰੋਲ ਨੰਬਰ ਅਤੇ ਨੇਮ ਹੈ ਤੇ ਇਹਦੇ ਵਿੱਚ ਸਬਜੈਕਟ ਅਤੇ ਸਬਜੈਕਟ ਨੇਮ ਹੈ ਤਾਂ ਅੱਡ ਹੋ ਗਏ। ਇਹਦੇ 'ਚ ਅਟੈਚਮੈਂਟ ਹੋਣੀ ਹੈ ਬਸ। 101 ਦੇ ਨਾਲ ਇਹ ਦੋਨੇ ਹੀ ਅਟੈਚ ਹੋ ਜਾਣੇ ਨੇ, 102 ਦੇ ਨਾਲ ਵੀ ਇਹ ਦੋਨੇ ਅਟੈਚ ਹੋ ਜਾਣੇ ਨੇ, 103 ਨਾਲ ਵੀ ਇਹ ਦੋਨੇ ਅਟੈਚ ਹੋ ਜਾਣੇ ਨੇ। ਤਾਂ ਆਟੋਮੈਟਿਕਲੀ 3 ਇਹਦੇ 'ਚ ਨੇ, 2 ਇਹਦੇ 'ਚ ਨੇ, 3 ਦੂਣੀ 6 ਰਿਕਾਰਡ ਤਿਆਰ ਹੋ ਜਾਣੇ ਨੇ। 101 ਦੇ ਨਾਲ BCA 101 ਅਟੈਚ ਹੋ ਗਿਆ, 101 ਦੇ ਨਾਲ ਦੂਸਰਾ ਵੀ ਹੋ ਗਿਆ, 102 ਦੇ ਨਾਲ BCA 101 ਹੋ ਗਿਆ, 102 ਦੇ ਨਾਲ ਵੀ BCA 102 ਹੋ ਗਿਆ, 103 ਨਾਲ ਵੀ BCA 101 ਹੋ ਗਿਆ, 103 ਨਾਲ BCA 102 ਹੋ ਗਿਆ। ਮਤਲਬ ਇੱਕ ਤਰ੍ਹਾਂ ਨਾਲ ਹਰੇਕ ਰਿਕਾਰਡ ਹਰੇਕ ਦੂਜੇ ਦੇ ਨਾਲ ਰਿਕਾਰਡ ਅਟੈਚ ਹੁੰਦਾ ਹੈ। ਇਹਨੂੰ ਕਾਰਟੀਜ਼ਨ ਪ੍ਰੋਡਕਟ ਕਹਿ ਦਿੰਦੇ ਨੇ। ਤਾਂ ਕ੍ਰਾਸ ਪ੍ਰੋਡਕਟ ਵੀ ਕਹਿੰਦੇ ਆ ਜਾਂ ਕਾਰਟੀਜ਼ਨ ਪ੍ਰੋਡਕਟ ਇਜ਼ ਡਿਨੋਟਡ ਬਾਈ ਦਾ ਸਿੰਬਲ x। This operation takes two set of couples as input and results in the set of couples containing all the all the attributes of first input set and all the attributes of second input set, making a pair with each couple of the first input set with each couple of the second input set. As इस input set ਦਾ ਹਰੇਕ couple ਇਸ input set ਦੇ ਹਰੇਕ couple ਦੇ ਨਾਲ attach ਹੋ ਜਾਏਗਾ। ਜਿਵੇਂ ਐਗਜ਼ਾਮਪਲ ਦਿੱਤੀ ਹੈ, A and B are two relations where A holds the details of students and B holds the list of subjects. To allocate each subject to each student and show the combined records, we write A cross B. ਜਦੋਂ A cross B ਕਹਾਂਗੇ ਤਾਂ ਸਾਡੇ ਕੋਲ ਆਹ ਰਿਜ਼ਲਟ ਆਏਗਾ ਜਿਹੜਾ ਨੀਚੇ ਆ ਦਿਖਾਇਆ ਗਿਆ ਇਹ ਵਾਲਾ। ਇਹਨੂੰ ਕਹਿੰਦੇ ਆ ਕਾਰਟੀਜ਼ਨ ਪ੍ਰੋਡਕਟ। ਵੈਰੀ ਇੰਟਰਸਟਿੰਗ। ਹੁਣ ਅਸੀਂ ਦੂਸਰੇ ਪਾਸੇ ਆ ਗਏ। ਮੈਂ ਕਿਹਾ ਅਸੀਂ 2 ਟਾਈਪ ਦੇ ਐਟਰੀਬਿਊਟ ਨੇ, ਇੱਕ ਸੈਟ ਓਰੀਐਂਟਡ, ਇਹ ਆਪਾਂ ਕਰ ਲਏ 4 ਦੇ 4। ਹੁਣ ਆਪਾਂ ਕਰਨੇ ਨੇ ਰਿਲੇਸ਼ਨ ਓਰੀਐਂਟਡ। ਇੱਥੇ ਸਿਰਫ ਕੁਐਰੀ ਹੀ ਲਿਖਣੀ ਹੈ। ਸਭ ਤੋਂ ਪਹਿਲਾਂ ਹੈ ਸਿਲੈਕਸ਼ਨ। ਸਿਲੈਕਸ਼ਨ ਦਾ ਮਤਲਬ ਹੈ ਸਿਲੈਕਟਿੰਗ ਸਮ ਰਿਕਾਰਡਸ ਬੇਸਡ ਔਨ ਏ ਕੰਡੀਸ਼ਨ ਹੋ ਸਕਦਾ ਹੈ। ਤਾਂ ਸਿਲੈਕਸ਼ਨ ਆਪਰੇਸ਼ਨ ਇਜ਼ ਡਿਨੋਟਡ ਬਾय ਦਾ ਸਿੰਬਲ, ਆਹ ਵਾਲਾ ਇਹਦਾ ਸਿੰਬਲ ਹੈ। This operation extracts specific couples from a relation. So it is a filter that allows only those couples that satisfy a condition. ਜਿਹੜੇ ਰਿਕਾਰਡ ਉਸ ਕੰਡੀਸ਼ਨ ਨੂੰ ਸੈਟੀਸਫਾਈ ਕਰਦੇ ਹੋਣਗੇ ਸਿਰਫ ਉਹ ਆ ਜਾਣਗੇ। ਅਸੀਂ ਉਹਨਾਂ ਨੂੰ ਫਿਲਟਰ ਕਰ ਰਹੇ ਹਾਂ। ਫਿਲਟਰ ਕਰ ਰਹੇ ਹਾਂ ਮਤਲਬ ਕੰਡੀਸ਼ਨ ਦੇ ਰਹੇ ਹਾਂ, ਜਿਹੜੇ ਕੰਡੀਸ਼ਨ ਨੂੰ ਸਪੈਸੀਫਾਈ ਕਰਦੇ ਨੂੰ ਆ ਗਏ, ਜਿਹੜੇ ਨਹੀਂ ਆ ਨਹੀਂ, ਫਿਲਟਰ ਉਹਨੂੰ ਹੀ ਕਹਿੰਦੇ ਨੇ। The condition is the Boolean expression specified in the attributes on the attributes of relation and is also called the selection predicate. ਇਹਨੂੰ ਅਸੀਂ selection predicate ਕਹਾਂਗੇ। ਜਿਹੜੀ ਕੰਡੀਸ਼ਨ ਅਸੀਂ ਦਵਾਂਗੇ ਉਸ ਨੂੰ ਕਹਾਂਗੇ selection predicate. Condition is a Boolean ਮਤਲਬ ਜਿਸ ਦਾ ਰਿਜ਼ਲਟ ਟਰੂ ਐਂਡ ਫਾਲਸ ਦੇ ਵਿੱਚ ਹੋਵੇ। ਐਸੀ ਐਕਸਪ੍ਰੈਸ਼ਨ ਹੁੰਦੀ ਹੈ ਸਪੈਸੀਫਾਈਡ ਔਨ ਦਾ ਐਟਰੀਬਿਊਟਸ ਆਫ ਏ ਰਿਲੇਸ਼ਨ ਦੇ ਐਟਰੀਬਿਊਟ ਤੇ ਲੱਗੇਗੀ ਐਂਡ ਇਸ ਨੂੰ ਅਸੀਂ ਸਿਲੈਕਸ਼ਨ ਪ੍ਰੈਡੀਕੇਟ ਕਹਾਂਗੇ ਕਿਉਂਕਿ ਇਹ ਸਾਨੂੰ ਰਿਕਾਰਡ ਸਿਲੈਕਟ ਕਰਕੇ ਦੇਗੀ। ਆਹ ਇਹਦਾ ਤਰੀਕਾ ਹੈ। ਇਹ ਸਿੰਬਲ ਹੈ ਇਦਾਂ ਦਾ, ਸਿਲੈਕਸ਼ਨ ਦੇ ਲਈ ਯੂਜ਼ ਹੁੰਦਾ। ਫਿਰ ਕੰਡੀਸ਼ਨ ਦਿੰਦੇ ਆ, ਨੀਚੇ ਨੂੰ ਲਿਖਣੀ ਹੈ, ਦੇਖੋ ਕਿਵੇਂ ਲਿਖੀ ਹੋਈ ਹੈ। ਐਂਡ ਫਿਰ ਪੈਰੇਂਥੀਸਿਸ ਦੇ ਅੰਦਰ ਅਸੀਂ ਜਿਹੜਾ ਰਿਲੇਸ਼ਨ ਤੇ ਅਸੀਂ ਲਾ ਰਹੇ ਹਾਂ ਉਹਦਾ ਨਾਮ ਦੇ। ਐਗਜ਼ਾਮਪਲ ਹੈ to see couples from students relation whose marks are greater than 300 ਤਾਂ ਅਸੀਂ ਲਿਖਾਂਗੇ select ਮਤਲਬ selection marks greater than 300 from students। ਆ ਬਣ ਗਈ ਸਿਲੈਕਸ਼ਨ ਆਪਰੇਸ਼ਨ। ਕੁਐਰੀ ਹੈ ਇਹ, ਬਸ ਹੋਰ ਕੁਝ ਨਹੀਂ ਹੈ, ਕੁਐਰੀ ਹੈ। ਰਿਕਾਰਡ ਤਾਂ ਜਿਹੜੇ ਹੋਣਗੇ ਆਪੇ ਆ ਜਾਣਗੇ। ਮਤਲਬ ਇਹਨੂੰ ਇਦਾਂ ਲਿਖਣਾ ਸੀ, ਸਿਲੈਕਟ ਆ ਸਿਲੈਕਸ਼ਨ ਹੈ,
ਫਿਰ ਜਿਹੜੀ ਕੰਡੀਸ਼ਨ ਸੈਟੀਸਫਾਈ ਕਰਾਉਣੀ ਹੈ, ਜਿਨ੍ਹਾਂ ਦੇ ਮਾਰਕਸ 300 ਤੋਂ ਜ਼ਿਆਦਾ ਨੇ, ਕਿਹਦੇ ਵਿੱਚੋਂ ਲੈਣੇ ਨੇ, ਉਹ ਟੇਬਲ ਦਾ ਜਾਂ ਰਿਲੇਸ਼ਨ ਦਾ ਨਾਮ ਸਟੂਡੈਂਟਸ ਚੋਂ। ਇਸੇ ਤਰ੍ਹਾਂ ਦੂਜੀ ਐਗਜ਼ਾਮਪਲ ਦੇਖੋ, ਟੂ ਸੀ ਕਪਲਸ ਫਰੋਮ ਸਟੂਡੈਂਟਸ ਰਿਲੇਸ਼ਨ ਹੂਜ਼ ਸਿਟੀ ਇਜ਼ ਲੁਧਿਆਣਾ। ਦੇਖੋ ਕਿਵੇਂ ਲਿਖਿਆ, ਸਿਲੈਕਸ਼ਨ ਵੇਅਰ ਸਿਟੀ ਇਜ਼ ਇਕਲ ਟੂ ਲੁਧਿਆਣਾ, ਨੀਚੇ ਲਿਖਣਾ ਇਦਾਂ ਹੀ ਛੋਟਾ ਕਰਕੇ, ਫਰੋਮ ਸਟੂਡੈਂਟਸ ਰਿਲੇਸ਼ਨ, ਉਹ ਪੈਰੰਥੀਸਿਸ ਚ ਉਦਾਂ ਦੇ ਸਿੰਟੈਕਸ ਹੈ, ਬਸ ਕੁਐਰੀ ਕਿਵੇਂ ਲਿਖਣੀ ਹੈ ਉਹ ਹੈ। ਉਸੇ ਤਰ੍ਹਾਂ ਹੋਰ ਕੁਝ ਐਗਜ਼ਾਮਪਲਸ ਮੈਂ ਦਿੱਤੀਆਂ ਨੇ ਇੱਥੇ। ਫੋਲੋਇੰਗ ਰਿਲੇਸ਼ਨਲ ਆਪਰੇਟਰਸ ਆਰ ਯੂਜ਼ ਟੂ ਸਪੈਸੀਫਾਈ ਦਾ ਕੰਡੀਸ਼ਨ, ਜਿਵੇਂ ਇਕਲ ਟੂ ਆਪਾਂ ਪਿੱਛੇ ਯੂਜ਼ ਕਰਿਆ, ਨਾਟ ਇਕਲ ਟੂ ਇਦਾਂ ਲਿਖਾਂਗੇ, ਲੈਸ ਦੈਨ ਗ੍ਰੇਟਰ ਦੈਨ, ਲੈਸ ਦੈਨ ਔਰ ਇਕਲ ਟੂ, ਗ੍ਰੇਟਰ ਦੈਨ ਇਕਲ ਟੂ ਇਦਾਂ ਲਿਖਾਂਗੇ, ਕਿਉਂਕਿ ਮੈਥਮੈਟਿਕਸ ਦੀ ਤਰ੍ਹਾਂ ਹੈ, ਸੋ ਸਿੰਬਲ ਮੈਥਮੈਟੀਕਲ ਯੂਜ਼ ਹੁੰਦੇ ਨੇ। Furthermore, we can combine several predicates into the larger predicate by using logical operators. ਜਿਵੇਂ ਐਂਡ ਆਪਾਂ ਦੋ ਕੰਡੀਸ਼ਨਾਂ ਇਕੱਠੀਆਂ ਕਰਨੀਆਂ ਨੇ, ਐਂਡ ਲਾ ਸਕਦੇ ਹਾਂ, ਔਰ ਲਾ ਸਕਦੇ ਹਾਂ, ਔਰ ਦਾ ਸਿੰਬਲ ਇਹ ਹੋਏਗਾ, ਨੋਟ ਦਾ ਸਿੰਬਲ ਇਹ ਹੋਏਗਾ। ਆ ਸਿੰਟੈਕਸ ਉਹੀ ਹੈ। ਦੇਖੋ ਕਿਵੇਂ ਇਹਦੇ ਵਿੱਚ ਐਗਜ਼ਾਮਪਲ ਤੋਂ ਪਤਾ ਲੱਗਿਆ, ਟੂ ਸੀ ਕਪਲਸ ਫਰੋਮ ਸਟੂਡੈਂਟਸ ਰਿਲੇਸ਼ਨ ਹੂਜ਼ ਮਾਰਕਸ ਆਰ ਬਿਟਵੀਨ 300 ਐਂਡ 500। ਇਹਦਾ ਮਤਲਬ ਕੀ ਹੋ ਗਿਆ, ਮਾਰਕਸ ਗ੍ਰੇਟਰ ਦੈਨ 300 ਬਟ ਲੈਸ ਦੈਨ 500। ਦੋ ਕੰਡੀਸ਼ਨਾਂ ਹੋ ਗਈਆਂ, ਗ੍ਰੇਟਰ ਦੈਨ 300, ਲੈਸ ਦੈਨ 500। ਕੰਡੀਸ਼ਨਾਂ ਦੋ ਨੇ, ਦੋਨੇ ਜ਼ਰੂਰੀ ਨੇ, ਤਾਂ ਇਹਦਾ ਮਤਲਬ ਐਂਡ ਲੱਗੇਗਾ। ਆ ਦੇਖੋ, ਸਿਲੈਕਸ਼ਨ ਮਾਰਕਸ ਗ੍ਰੇਟਰ ਦੈਨ ਇਕੁਅਲ ਟੂ 300 ਐਂਡ, ਉੱਪਰ ਮੈਂ ਐਂਡ ਦੱਸਿਆ ਸੀ, ਐਂਡ ਮਾਰਕਸ ਲੈਸ ਦੈਨ ਇਕੁਅਲ ਟੂ 500 ਫਰੋਮ ਸਟੂਡੈਂਟਸ। ਦੋ ਕੰਡੀਸ਼ਨਾਂ ਕੰਬਾਈਨ ਕਰਤੀਆਂ, ਐਂਡ ਲਾਇਆ ਕਿਉਂਕਿ ਸਾਨੂੰ ਦੋਨੇ ਕੰਡੀਸ਼ਨਾਂ ਸੈਟੀਸਫਾਈ ਕਰਨ ਵਾਲੇ ਰਿਕਾਰਡ ਚਾਹੀਦੇ ਨੇ। ਕਈ ਵਾਰ ਔਰ ਵਾਲੇ ਲੱਗਦੇ ਹੁੰਦੇ ਨੇ, ਜਿਵੇਂ ਅਗਲੀ ਕੰਡੀਸ਼ਨ, ਅਗਲੀ ਮੈਂ ਐਗਜ਼ਾਮਪਲ ਦਿੱਤੀ ਹੈ, ਟੂ ਸੀ ਕਪਲਸ ਫਰੋਮ ਸਟੂਡੈਂਟਸ ਰਿਲੇਸ਼ਨ ਹੂਜ਼ ਸਿਟੀ ਇਜ਼ ਲੁਧਿਆਣਾ ਔਰ ਚੰਡੀਗੜ੍ਹ। ਹੁਣ ਇੱਥੇ ਐਂਡ ਨਹੀਂ ਲੱਗੇਗਾ ਕਿਉਂਕਿ ਕੋਈ ਸਟੂਡੈਂਟ ਦੋਨਾਂ ਜਗ੍ਹਾ ਤੋਂ ਨਹੀਂ ਹੋ ਸਕਦਾ, ਇੱਕ ਜਗ੍ਹਾ ਤੋਂ ਹੀ ਹੋਏਗਾ, ਇੱਥੇ ਔਰ ਲੱਗੇਗਾ, ਲੁਧਿਆਣਾ ਜਾਂ ਚੰਡੀਗੜ੍ਹ। ਸਿਲੈਕਸ਼ਨ ਆਫ ਸਿਟੀ ਇਜ਼ ਇਕਲ ਟੂ ਲੁਧਿਆਣਾ ਔਰ, ਇੱਥੇ ਇੱਕ ਔਰ ਸਿੰਬਲ ਲੱਗਿਆ, ਔਰ ਸਿਟੀ ਇਜ਼ ਇਕਲ ਟੂ ਚੰਡੀਗੜ੍ਹ ਫਰੋਮ ਸਟੂਡੈਂਟਸ ਰਿਲੇਸ਼ਨ। ਇਸ ਤਰ੍ਹਾਂ ਨਾਲ ਅਸੀਂ ਕੰਡੀਸ਼ਨਸ ਨੂੰ, ਇੱਕ ਤੋਂ ਜ਼ਿਆਦਾ ਕੰਡੀਸ਼ਨਸ ਨੂੰ ਕੰਬਾਈਨ ਕਰ ਸਕਦੇ। ਪ੍ਰੋਜੈਕਸ਼ਨ, ਸਿਲੈਕਸ਼ਨ ਦੇ ਵਿੱਚ ਅਸੀਂ ਰਿਕਾਰਡਸ ਨੂੰ ਫਿਲਟਰ ਕਰਦੇ ਹਾਂ ਵੀ ਅਸੀਂ ਸਿਰਫ ਆਹੀ ਰਿਕਾਰਡ ਲੈਣੇ ਨੇ। ਪ੍ਰੋਜੈਕਸ਼ਨ ਦੇ ਵਿੱਚ ਅਸੀਂ ਐਟਰੀਬਿਊਟ ਦੱਸ ਸਕਦੇ ਹਾਂ ਕਿਹੜੇ ਕਿਹੜੇ ਐਟਰੀਬਿਊਟ ਦੇਖਣੇ ਨੇ, ਜੇ ਸਾਰੇ ਨਾ ਦੇਖਣੇ ਹੋਣ। ਤਾਂ ਪ੍ਰੋਜੈਕਸ਼ਨ ਆਪਰੇਸ਼ਨ ਇਜ਼ ਡਿਨੋਟਡ ਬਾय ਸਿੰਬਲ ਦਿਸ, ਆਹ ਵਾਲਾ ਸਿੰਬਲ ਅਸੀਂ ਯੂਜ਼ ਕਰਨਾ ਪ੍ਰੋਜੈਕਸ਼ਨ ਦੇ ਲਈ। ਦਿਸ ਆਪਰੇਸ਼ਨ extracts specific attributes from a relation, so it shows only specified attributes discarding other attributes। ਸਿਰਫ ਜਿਹੜੇ ਦੱਸੇ ਹੋਏ ਐਟਰੀਬਿਊਟ ਨੇ ਉਹੀ ਦਿਖਣਗੇ, ਬਾਕੀ ਦੇ ਛੱਡ ਦਿੱਤੇ ਜਾਣਗੇ। ਪ੍ਰੋਜੈਕਸ਼ਨ ਐਟਰੀਬਿਊਟ ਲਿਸਟ ਕੌਮਿਆਂ ਪਾ ਕੇ ਤੇ ਜਿਹੜਾ ਰਿਲੇਸ਼ਨ, ਐਗਜ਼ਾਮਪਲ ਹੈ ਟੂ ਸੀ ਓਨਲੀ ਰੋਲ ਨੰਬਰ ਐਂਡ ਮਾਰਕਸ ਫਰੋਮ ਸਟੂਡੈਂਟਸ ਰਿਲੇਸ਼ਨ, ਆਪਾਂ ਕੀ ਲਿਖਾਂਗੇ, ਪ੍ਰੋਜੈਕਸ਼ਨ ਆਫ ਰੋਲ ਨੰਬਰ ਕੌਮਾ ਮਾਰਕਸ ਫਰੋਮ ਸਟੂਡੈਂਟਸ। ਇੱਥੇ ਅਸੀਂ ਰਿਕਾਰਡਸ ਸਾਰੇ ਦੇਖ ਰਹੇ ਹਾਂ ਪਰ ਕੱਲੇ ਰੋਲ ਨੰਬਰ ਤੇ ਮਾਰਕਸ ਦੇਖ ਰਹੇ ਹਾਂ ਕਾਲਮ 'ਚ। ਸਿਲੈਕਸ਼ਨ ਐਂਡ ਪ੍ਰੋਜੈਕਸ਼ਨ ਆਪਰੇਸ਼ਨਸ ਕੈਨ ਬੀ ਕੰਬਾਈਨਡ ਟੂ ਮੇਕ ਮੋਰ ਸਪੈਸੀਫਿਕ ਕੁਐਰੀ। ਦੋ ਚੀਜ਼ਾਂ ਇਕੱਠੀਆਂ ਵੀ ਆ ਸਕਦੀਆਂ ਨੇ। ਦੇਖੋ ਉਹ ਕਿਵੇਂ ਲੱਗੂਗਾ, ਪ੍ਰੋਜੈਕਸ਼ਨ ਥੀਸ ਐਟਰੀਬਿਊਟਸ ਆਰ ਪ੍ਰੋਜੈਕਟਡ ਫਰੋਮ ਦਿਸ ਕੁਐਰੀ, ਇਹ ਕੁਐਰੀ ਉਹੀ ਹੈ, ਸਿਲੈਕਸ਼ਨ ਬਾय ਦ ਗਿਵਿੰਗ ਏ ਕੰਡੀਸ਼ਨ ਐਂਡ ਦੈਨ ਰਿਲੇਸ਼ਨ। ਐਗਜ਼ਾਮਪਲ ਦੇਖਦੇ ਹਾਂ, to see only roll number and marks from students relation whose city is Ludhiana। किमें लगी है देखो, प्रोजेक्ट प्रोजेक्शन ऑफ रोल नंबर कॉमा मार्क्स, अगे फिर पैरेंथेसिस शुरू होणगियां, सिलेक्शन वेयर सिटी इज इक्वल टू लुधियाना, फिर पैरेंथेसिस शुरू होएगी फ्रॉम स्टूडेंट एंड फिर दोनों पैरेंथेसिस बंद होणगे। यानी नैसटिंग देख लो किमें बाहरली पैरेंथेसिस के अंदर दूजी पैरेंथेसिस लगणगी। इस तरीके नाल असीं प्रोजैक्शन यूज करते हैं। इहदा मतलब है सिर्फ लुधियाना सिटी नूं बिलोंग करते स्टूडेंट्स आउणगे ते उन्हां दे भी इकल्ले रोल नंबर ते मार्क्स ही आउणगे। इत्थे असीं प्रोजैक्शन भी यूज कीती है ते सिलैक्शन भी यूज कीती है। ज्वाइन, दो रिलेशनस नूं, दो टेबल्स नूं ज्वाइन करन दे लई ज्वाइन ऑपरेटर का सिंबल ये है, क्रॉस पा के इदा लाइनां जोड़नियां ने, अलाउज द कंबाइनिंग ऑफ टू रिलेशंस टू फॉर्म ए सिंगल न्यू रिलेशन।
एक नवा रिलेशन तैयार हो जाएगा। द कपल्स फ्रॉम ऑपरेंट, ऑपरेंट मतलब ਜਿਹੜੇ ਇਨਪੁਟ ਰਿਲੇਸ਼ਨਸ ਨੇ ਉਹਨਾਂ ਨੂੰ ऑपरेंट ਕਹਾਂਗੇ। द कपल्स फ्रॉम ऑपरेंट रिलेशंस that participate in the operation and contribute to the result are related। ਉਹ ਰਿਲੇਟਡ ਹੋਣੇ ਚਾਹੀਦੇ ਨੇ। ਰਿਲੇਟਡ ਹੋਣ ਦੇ ਲਈ ਉਹਨਾਂ 'ਚ ਇੱਕ ਕਾਮਨ ਫੀਲਡ ਹੋਣਾ ਚਾਹੀਦਾ। मैं दोबारा ये लाइन पढ़ दिना। द कपल्स फ्रॉम ऑपरेंट रिलेशंस दैट पार्टिसिपेट इन द ऑपरेशन, ਜਿਹੜੇ ਆਪਰੇਸ਼ਨ ਦੇ ਵਿੱਚ ਯੂਜ਼ ਕੀਤੇ ਜਾਣਗੇ ਆਪਾਂ ਕਪਲ ਐਂਡ ਕੰਟਰੀਬਿਊਟ ਟੂ ਦ ਰਿਜ਼ਲਟ ਆਰ ਰਿਲੇਟਡ, ਉਹ ਰਿਲੇਟਡ ਹੋਣੇ ਚਾਹੀਦੇ ਨੇ। ਜਿਵੇਂ ਆ ਨੀਚੇ ਦੇਖੋ, ਸਟੂਡੈਂਟਸ ਨਾਂ ਦਾ ਇੱਕ ਰਿਲੇਸ਼ਨ ਹੈ, ਟੇਬਲ ਹੈ। ਰਿਜ਼ਲਟ ਨਾਂ ਦਾ ਦੂਜਾ ਰਿਲੇਸ਼ਨ ਹੈ, ਟੇਬਲ ਹੈ। ਦੋਨਾਂ 'ਚ ਰੋਲ ਨੰਬਰ ਹੈ, ਕਿਉਂਕਿ ਇਹ ਰਿਲੇਟਡ ਨੇ। ਇਹ ਰਿਲੇਟਡ ਹੋਣਗੇ ਤਾਂ ਹੀ ਜੁਆਇਨਿੰਗ ਹੋਏਗੀ। ਆਪਾਂ ਕਿਵੇਂ ਇਹਨੂੰ ਕਰਦੇ ਹਾਂ ਦੇਖੋ, ਪ੍ਰੋਜੈਕਟ ਦੀਜ਼ ਐਟਰੀਬਿਊਟਸ ਉਹ ਤਾਂ ਦਿੰਦੇ ਆ ਵੀ ਕਈ ਵਾਰ 2 ਵਾਰ ਨਾ ਰੋਲ ਨੰਬਰ ਆ ਜਾਵੇ, ਅਦਰਵਾਈਜ਼ ਇਹਦੀ ਲੋੜ ਨਹੀਂ ਹੁੰਦੀ। ਆਹ ਸਿੰਪਲ ਰਿਲੇਸ਼ਨ ਆ ਬਣਦਾ, ਰਿਲੇਸ਼ਨ 1 ਜੁਆਇਨ ਰਿਲੇਸ਼ਨ 2, ਬਸ। ਇੱਥੇ ਕੀ ਦੇਣਾ, ਜੁਆਇਨ ਐਟਰੀਬਿਊਟ ਜਿਹੜਾ ਕਾਮਨ ਹੈ ਦੋਹਾਂ 'ਚ ਉਹ ਇੱਥੇ ਦੇਣਾ। ਐਗਜ਼ਾਮਪਲ ਦੇਖੋ, ਪ੍ਰੋਜੈਕਸ਼ਨ ਮਤਲਬ ਮੈਂ ਇਕੱਲੇ ਰੋਲ ਨੰਬਰ, ਨੇਮ ਅਤੇ ਮਾਰਕਸ ਦੇਖਣੇ ਨੇ। ਕਿੱਥੋਂ ਦੇਖਣੇ ਨੇ, ਸਟੂਡੈਂਟਸ ਅਤੇ ਰਿਜ਼ਲਟਸ ਨੂੰ ਜੁਆਇਨ ਕਰਕੇ ਰੋਲ ਨੰਬਰ ਤੇ ਜੁਆਇਨਿੰਗ ਹੋਣੀ ਹੈ। ਰੋਲ ਨੰਬਰ ਤੇ ਜੁਆਇਨਿੰਗ ਹੋਣੀ ਹੈ ਮਤਲਬ ਰੋਲ ਨੰਬਰ ਕਾਮਨ ਹੈ, ਉਹਦੇ ਤੇ ਜੁਆਇਨਿੰਗ ਹੋਣੀ ਹੈ ਸਟੂਡੈਂਟਸ ਅਤੇ ਰਿਜ਼ਲਟ ਦੀ। ਅਤੇ ਉਸ ਰਿਜ਼ਲਟ ਦੇ ਵਿੱਚੋਂ ਮੈਂ ਇਕੱਲੇ ਰੋਲ ਨੰਬਰ, ਨੇਮ, ਮਾਰਕਸ ਦੇਖਣੇ। ਇਹ ਤਾਂ ਲਿਖਿਆ ਹੈ ਕਿ ਰੋਲ ਨੰਬਰ 2 ਵਾਰ ਨਾ ਆ ਜਾਵੇ। ਜੇ ਮੈਂ ਆਹ ਚੀਜ਼ ਨਾ ਲਿਖਾਂ ਤਾਂ ਰੋਲ ਨੰਬਰ 2 ਵਾਰ ਆ ਜਾਏਗਾ, ਕਿਉਂਕਿ ਦੋਨੇ ਪਾਸੇ ਰੋਲ ਨੰਬਰ ਇੱਧਰ ਹੈ, ਇੱਧਰ ਵਾਲਾ ਵੀ ਆਏਗਾ, ਇੱਧਰ ਵਾਲਾ ਵੀ ਆਏਗਾ। ਇੱਕ ਵਾਰ ਆਵੇ ਉਸ ਕਰਕੇ ਮੈਂ ਨਾਲ ਪ੍ਰੋਜੈਕਸ਼ਨ ਯੂਜ਼ ਕੀਤੀ ਹੈ। ਆ ਸਾਡੇ ਕੋਲ ਰਿਜ਼ਲਟ ਹੈ, ਦੇਖੋ ਜੁਆਇਨ ਹੋ ਗਈ, ਰੋਲ ਨੰਬਰ, ਨੇਮ ਤੇ ਮਾਰਕਸ ਆ ਗਿਆ ਵਿੱਚ। ਡਿਵੀਜ਼ਨ ਆਪਰੇਸ਼ਨ, ਡਿਵਾਈਡ ਕਰਨ ਦੇ ਲਈ ਜਿਵੇਂ ਆਪਾਂ ਡਿਵੀਜ਼ਨ ਕਰਦੇ ਹਾਂ, ਡਿਵੀਜ਼ਨ ਆਪਰੇਸ਼ਨ ਆ ਇਹਦਾ ਸਿੰਬਲ ਹੈ, ਮੈਥਮੈਟਿਕਸ ਵਾਲਾ ਹੀ ਹੈ। ਅਲਾਉਜ਼ ਦਾ ਡਿਵਾਈਡਿੰਗ ਦ ਕਪਲਸ ਆਫ ਵਨ ਰਿਲੇਸ਼ਨ P ਵਿਦ ਅਨਦਰ ਰਿਲੇਸ਼ਨ Q। 2 ਨੇ ਮੰਨ ਲਓ, ਇੱਕ ਆ P ਰਿਲੇਸ਼ਨ ਹੈ, ਇੱਕ Q ਹੈ। P ਨੂੰ Q ਤੇ ਡਿਵਾਈਡ ਕਰਨਾ ਸੱਚ ਦੈਟ ਈਚ ਕਪਲ ਇਨ R, ਜਿਹੜਾ ਰਿਜ਼ਲਟ ਦੇ ਵਿੱਚ ਕਪਲ ਆਏਗਾ ਉਹ ਆਏਗਾ ਇਟਸ ਪ੍ਰੋਡਕਟ ਵਿਦ ਕਪਲਸ ਆਫ Q ਮਸਟ ਬੀ ਇਨ P। ਵੀ ਜੇ ਆਪਾਂ ਇਹਨਾਂ ਦੋਹਾਂ ਦਾ ਪ੍ਰੋਡਕਟ ਕਰੀਏ, ਆ Q ਅਤੇ R ਦਾ ਕਾਰਟੀਜਨ ਪ੍ਰੋਡਕਟ ਕਰੀਏ, ਤਾਂ ਜਿਹੜੇ ਕਪਲ ਬਣਨਗੇ ਉਹ ਇਹਦੇ ਵਿੱਚ ਐਗਜ਼ਿਸਟ ਹੋਣੇ ਚਾਹੀਦੇ ਨੇ। ਪਤਾ ਹੈ ਨਾ, ਜੇ ਆਪਾਂ 1 ਨੂੰ 2 ਤੇ ਡਿਵਾਈਡ ਕਰੀਏ ਤਾਂ ਜਿਹੜਾ ਰਿਜ਼ਲਟ ਆਉਂਦਾ ਹੁੰਦਾ ਹੈ, ਉਸ ਰਿਜ਼ਲਟ ਨੂੰ ਅਗਰ ਅਸੀਂ ਮਲਟੀਪਲਾਈ ਕਰ ਲਈਏ ਤਾਂ ਪਹਿਲਾ ਨੰਬਰ ਦੁਬਾਰਾ ਬਣ ਜਾਂਦਾ ਹੁੰਦਾ। ਸੋ ਉਹੀ ਇਹਦੀ ਡੈਫੀਨੇਸ਼ਨ ਇੱਥੇ ਦਿੱਤੀ ਗਈ ਹੈ। ਪਰ ਸਿੰਪਲਿਸਿਟੀ ਦੇ ਲਈ ਮੈਂ ਤੁਹਾਨੂੰ ਇਹ ਕਹਾਂ ਵੀ ਇਹਦੇ ਵਿੱਚ ਉਹ ਆਉਣਗੇ ਜਿਹਨੇ ਦੋਨਾਂ ਨਾਲ ਅਟੈਚਡ ਨੇ। ਮਤਲਬ B1 ਇਧਰਲੇ ਪਾਸੇ ਦੇਖੋ, B1 ਇੱਕ ਇੱਥੇ ਹੈ, ਇੱਕ B1 ਇੱਥੇ ਹੈ। ਹੁਣ ਕਿਉਂਕਿ B1 A1 ਨਾਲ ਅਤੇ A2 ਨਾਲ, ਸੌਰੀ, ਇੱਕ B1 ਅਤੇ B2 ਆ 2 ਪਏ ਨੇ, B1 ਅਤੇ B2 ਇਹ ਦੋਨੇ A1 ਨਾਲ ਅਟੈਚਡ ਨੇ। ਇਹਦਾ ਮਤਲਬ A1 ਇਜ਼ ਇਨਕਲੂਡਡ ਇਨ ਦਾ ਰਿਜ਼ਲਟ। ਸੇਮ ਜਿੱਥੇ B1 ਅਤੇ B2 ਕਿਸੇ ਕਾਮਨ ਨਾਲ ਅਟੈਚਡ ਹੋਣਗੇ ਉਹ ਰਿਜ਼ਲਟ 'ਚ ਆ ਜਾਏਗਾ। ਹੁਣ ਇੱਥੇ B1 A2 ਨਾਲ ਅਟੈਚਡ ਹੈ ਪਰ B2 A2 ਨਾਲ ਨਹੀਂ ਹੈ, ਇਸ ਕਰਕੇ A2 ਨਹੀਂ ਆਇਆ। ਦੇਖੋ B1 A3 ਨਾਲ ਅਟੈਚਡ ਹੈ ਪਰ B2 A3 ਨਾਲ ਨਹੀਂ ਹੈ, ਇਸ ਕਰਕੇ A3 ਵੀ ਨਹੀਂ ਆਇਆ, A3 ਵੀ ਨਹੀਂ ਆਇਆ। B2 ਹੈ ਜਿਹੜਾ ਉਹ A4 ਨਾਲ ਅਟੈਚਡ ਹੈ ਪਰ B1 A4 ਨਾਲ ਨਹੀਂ ਹੈਗਾ, ਇਸ ਕਰਕੇ A4 ਵੀ ਨਹੀਂ ਆਇਆ। B1 A5 ਨਾਲ ਅਟੈਚਡ ਹੈ, B2 ਵੀ A5 ਨਾਲ ਅਟੈਚਡ ਹੈ, ਕਿਉਂਕਿ B1 ਅਤੇ B2 ਦੋਨੇ A5 ਨਾਲ ਅਟੈਚਡ ਨੇ, ਇਸ ਕਰਕੇ A5 ਆ ਗਿਆ। ਹਾਂ ਦੇਖੋ, ਪ੍ਰੈਕਟੀਕਲੀ ਮੈਂ ਇਹ ਇੱਦਾਂ ਦੱਸ ਰਿਹਾ ਤੁਹਾਨੂੰ। ਡੈਫੀਨੇਸ਼ਨ ਇਹਦੀ ਥੋੜੀ ਜੀ ਨਾਰਮਲ ਡਿਵੀਜ਼ਨ ਵਰਗੀ ਹੈ ਵੀ ਜਦੋਂ ਜੇ ਤੁਸੀਂ P ਨੂੰ Q ਤੇ ਡਿਵਾਈਡ ਕਰਦੇ ਹੋ ਤਾਂ ਜਿਹੜਾ ਰਿਜ਼ਲਟ R ਆਉਂਦਾ ਹੈ ਉਸ R ਨੂੰ ਜੇ ਤੁਸੀਂ Q ਨਾਲ ਮਲਟੀਪਲਾਈ ਕਰੋਗੇ, ਕਾਰਟੀਜਨ ਪ੍ਰੋਡਕਟ ਕਰੋਗੇ, ਤਾਂ ਜਿਹੜੇ ਕਪਲਸ ਆਉਣਗੇ ਉਹ P 'ਚ ਐਗਜ਼ਿਸਟ ਕਰਨੇ ਚਾਹੀਦੇ ਨੇ। ਇਹ ਇਹਦੀ ਡੈਫੀਨੇਸ਼ਨ ਹੈ ਜਿਹੜੀ ਆ ਉੱਪਰ ਲਿਖੀ ਹੋਈ। ਮੈਂ ਦੁਬਾਰਾ ਪੜ੍ਹ ਦਿੰਦਾ। Division operation allows the dividing the couples of one relation, say P, with another relation, say Q, such that each couple in R, its product with Q must be in P। ਬਈ ਜਦੋਂ ਕਿਸੇ P ਰਿਲੇਸ਼ਨ ਨੂੰ Q ਰਿਲੇਸ਼ਨ ਨਾਲ ਡਿਵਾਈਡ ਕਰਦੇ ਹਾਂ ਤਾਂ ਜਿਹੜਾ R ਰਿਲੇਸ਼ਨ ਬਣਦਾ ਹੈ ਉਸ R ਨੂੰ ਜੇ Q ਦੇ ਨਾਲ ਕਾਰਟੀਜਨ ਪ੍ਰੋਡਕਟ ਕੀਤਾ ਜਾਵੇ ਤਾਂ ਰਿਜ਼ਲਟ ਆਉਣ ਵਾਲੇ ਕਪਲਸ
P ਦੇ ਵਿੱਚ ਐਗਜ਼ਿਸਟ ਕਰਨੇ ਚਾਹੀਦੇ ਨੇ। ਦਿਸ ਇਜ਼ ਡਿਵੀਜ਼ਨਸ ਡੈਫੀਨੇਸ਼ਨ। ठीक है, तो मतलब सारे ਉਹਦੇ ਚ ਐਕਸਟਰਾ ਵੀ ਹੋਣਗੇ ਪਰ ਉਹ ਐਗਜ਼ਿਸਟ ਕਰਨੇ ਚਾਹੀਦੇ। ਇਹ ਹੈ ਡਿਵੀਜ਼ਨ ਆਪਰੇਸ਼ਨ। ਤੇ ਪ੍ਰੈਕਟੀਕਲੀ ਅਗਰ ਤੁਸੀਂ ਦੇਖਣਾ ਤਾਂ ਇਹਦੇ ਚ ਉਹ ਰਿਕਾਰਡ ਆ ਜਾਂਦੇ ਹੁੰਦੇ ਨੇ ਜਿਹੜੇ ਦੋਨੋਂ ਸਾਰਿਆਂ ਨਾਲ ਅਟੈਚਡ ਹੋਣ। ਮਤਲਬ ਕਿ A1 ਰਿਜ਼ਲਟ ਦੇ ਵਿੱਚ ਇਨਕਲੂਡ ਕੀਤਾ ਜਾਏਗਾ ਜੇ A1 ਦੇ ਨਾਲ Q ਵਿੱਚ ਦੱਸੇ ਗਏ ਆ ਦੋਨੇ ਰਿਕਾਰਡ ਅਟੈਚ ਹੋਣਗੇ। A1 ਦੇ ਨਾਲ ਹੈਗੇ ਨੇ, ਇਸ ਕਰਕੇ A1 ਆ ਗਿਆ। A2 ਦੇ ਨਾਲ ਇਹ ਦੋਨੇ ਅਟੈਚਡ ਨਹੀਂ ਹੈਗੇ, ਇਸ ਕਰਕੇ ਨਹੀਂ ਆਇਆ। A3 ਦੇ ਨਾਲ ਵੀ ਇਹ ਦੋਨੇ ਨਹੀਂ ਹੈਗੇ ਅਟੈਚ, ਨਹੀਂ ਆਇਆ। A4 ਦੇ ਨਾਲ ਵੀ ਇਹ ਦੋਨੇ ਨਹੀਂ ਹੈਗੇ, ਇਸ ਕਰਕੇ ਨਹੀਂ ਆਇਆ। A5 ਦੇ ਨਾਲ ਇਹ ਦੋਨੇ ਅਟੈਚਡ ਨੇ, ਇਸ ਕਰਕੇ A5 ਵੀ ਰਿਜ਼ਲਟ 'ਚ ਆ ਗਿਆ। ਇਸ ਤਰ੍ਹਾਂ ਨਾਲ ਹੀ ਆਇਆ।